कुछ समा पहला पंजाब दे विच गुरु ग्रंथ साहब की बेअदबी हुई, जिस नूं लैके सियासत भी हुई, बरगाड़ी मोर्चा भी लग्या। सियासत दे नाल नाल जो इसकी जांच सी वो CBI नूं दित्ती गई, जिस दियां तारां सी डेरा मुखी राम रहीम नाल जुड़दियां सी। पर जदों इसकी जांच CBI कोल गई, CBI वल्लों डेरा मुखी राम रहीम नूं क्लीन चिट दे दित्ती गई। पर जिहड़ी उहदी जांच सी वो चलदी रही ते सिट बिठाई गई। सिट वल्लों हुण डेरा मुखी राम रहीम नूं जिहड़ा दोषी वजों जिहड़ा नामजद किया गया। इस पूरे मामले के उत्ते साडे नाल ने अज हरजिंदर सिंह माझी जो बरगाड़ी मोर्चे दे विच भी रहे, उत्थे इन्हां वल्लों दीवान भी लगाए गए, कथावाचक ने। साडे नाल गल करदे हां। हरजिंदर सिंह जी, राम रहीम नूं जिहड़ा हुण सिट वल्लों नामजद किया गया, किस तरह देखदे हो कि जिहड़ा सिट दा हुण इह फैसला आया है, दोषी वजों उन्होंने नामजद किया गया? बिल्कुल जी, मेरे वालों सब तो पहला वाहिगुरू जी का खालसा वाहिगुरू जी की फतेह जी। ਜਿਹੜਾ ਇਹ ਫੈਸਲਾ ਆਇਆ ਸਿੱਟ ਦਾ ਨਾਮਜ਼ਦ ਕੀਤਾ ਗਿਆ ਗੁਰਮੀਤ ਰਾਮ ਰਹੀਮ ਨੂੰ, ਮੈਂ ਕਹੂੰਗਾ ਕਿ ਦੇਰ ਆਏ ਦਰੁਸਤ ਆਏ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇਹ ਬੰਦਿਆਂ ਨੇ ਜਿਹੜਾ ਇਹ ਬੇਅਦਬੀ ਘਟਨਾਕ੍ਰਮ ਹੈ, ਇਹਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ। ਉਹਨੇ ਇਹ ਸਾਰਾ ਘਟਨਾਕ੍ਰਮ ਕਰਵਾਇਆ। ਉਹਦੀ ਹਿੰਮਤ ਪਈ ਹੈ ਜਦੋਂ ਮਈ 2007 'ਚ ਉਹਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਵਾਂਗ ਰਚ ਕੇ ਜੋ ਡਰਾਮਾ ਰਚਿਆ, ਤਾਂ ਬਾਦਲਕਿਆਂ ਨੇ ਉਹਦੇ ਉੱਤੇ ਜਿਹੜਾ 295 ਦਾ ਪਰਚਾ ਤਾਂ ਕਰਵਾਇਆ, ਪਰ ਪੁਲਿਸ ਨੇ ਚਲਾਨ ਪੇਸ਼ ਨਹੀਂ ਸੀ ਕੀਤਾ। ਜਦੋਂ ਉਹਦੇ ਵਿੱਚੋਂ ਇਹ ਮਤਲਬ ਬਰੀ ਕਰ ਦਿੱਤਾ ਗਿਆ ਇੱਕ ਤਰ੍ਹਾਂ ਦਾ, ਤਾਂ ਫਿਰ ਇਹਨੇ ਹਿੰਮਤ ਕੀਤੀ ਇਸ ਤਰ੍ਹਾਂ ਦਾ ਇਹ ਘਟਨਾਕ੍ਰਮ ਕਰਵਾਉਣ ਦੀ। ਇਹ ਤਾਂ ਜੀ ਇਹ ਸਾਰੀ ਘਟਨਾਕ੍ਰਮ ਦਾ ਜਿਹੜਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ, ਇਹ ਬਿਲਕੁਲ ਠੀਕ ਫੈਸਲਾ ਹੈ ਜੀ। ਕੀ ਸਮਝਦੇ ਹੋ ਕਿ ਜਿਹੜਾ ਪਹਿਲਾਂ CBI ਵੱਲੋਂ ਕਲੀਨ ਚਿਟ ਦੇ ਦਿੱਤੀ ਗਈ, ਹੁਣ ਸਿੱਟ ਵੱਲੋਂ ਜਿਹੜਾ ਨਾਮਜ਼ਦ ਕੀਤਾ ਗਿਆ, ਕੀ ਇਹ 'ਤੇ ਸਿਆਸਤ ਹੋ ਰਹੀ ਸੀ ਤਾਂ ਕਰਕੇ ਜਿਹੜਾ ਲੇਟ ਹੋਇਆ? ਬਿਲਕੁਲ ਜੀ, ਮੈਂ ਕਹਿੰਦਾ ਵੀ ਇਹ ਸਾਡੀ ਕੌਮ ਦਾ ਦੁਖਾਂਤ ਹੈ, ਭਾਵੇਂ ਨਵੰਬਰ 84 ਦੀ ਗੱਲ ਹੋਵੇ, ਕਿ ਸਾਨੂੰ ਇਨਸਾਫ ਦੀ ਥਾਂ 'ਤੇ ਇਨਸਾਫ ਟੀਮਾਂ ਜਾਂ ਜਾਂਚ ਕਮਿਸ਼ਨ ਮਿਲ ਜਾਂਦੇ ਨੇ। ਬਿਲਕੁਲ ਇਸੇ ਤਰ੍ਹਾਂ ਇੱਥੇ ਹੋ ਰਿਹਾ ਸੀਗਾ। ਪਰ ਮੈਂ ਕਹਿੰਦਾ ਵੀ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਸਿੱਟ ਨੂੰ ਕੰਮ ਆਪਣਾ ਇਮਾਨਦਾਰੀ ਨਾਲ ਕਰਨ ਦਿਓ, ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਨਾ ਪਾਇਆ ਜਾਵੇ। ਤਾਂ ਲਾਜ਼ਮੀ ਹੈ ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ। ਪਰ ਇਹ ਨਾ ਹੋਵੇ ਜਿਵੇਂ ਮੌੜ ਬੰਬ ਕਾਂਡ ਦੀਆਂ ਤਾਰਾਂ ਜਦੋਂ ਜੁੜਦੀਆਂ ਨੇ ਸੌਦਾ ਸਾਧ ਵੱਲ, ਤਾਂ ਸਿੱਟ ਨੂੰ ਵਾਪਸ ਸੱਦ ਲਿਆ ਜਾਂਦਾ ਹੈ, ਤਾਂ ਉਹ ਜਾਂਚ ਵਿੱਚ ਵਿਚਾਲੇ ਰੋਕ ਦਿੱਤੀ ਜਾਂਦੀ ਹੈ। ਸੋ ਮੈਂ ਕਹਿੰਦਾ ਮੌੜ ਬੰਬ ਕਾਂਡ ਵੀ ਇਹ ਆਪਣੇ ਭਾਰਤ ਦਾ ਕਹਿ ਲਓ ਬਹੁਤ ਵੱਡਾ ਅੱਤਵਾਦੀ ਹੈ। ਸੌਦਾ ਸਾਧ ਬਹੁਤ ਵੱਡਾ ਅੱਤਵਾਦੀ ਸੀਗਾ, ਅਤੇ ਇਹੋ ਜਿਹੇ ਜਿਹੜੇ ਅੱਤਵਾਦੀ ਲੋਕ ਨੇ ਇਹਨਾਂ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਲੀਡਰ ਜਿਹੜੇ ਨੇ ਸਿਰਫ ਵੋਟਾਂ ਲਈ ਸ਼ਹਿ ਦੇ ਕੇ ਸਮਾਜ ਦੇ ਨਾਲ ਮੈਂ ਕਹਿੰਦਾ ਪੂਰੀ ਦੁਨੀਆ ਨਾਲ ਹੀ ਦੁਸ਼ਮਣੀ ਕਮਾਉਂਦੇ ਨੇ ਜੀ। ਅੱਜ ਜੀ ਧਿਆਨ ਸਿੰਘ ਮੰਡ ਵੱਲੋਂ ਕਿਹਾ ਗਿਆ ਕਿ ਜੇਕਰ ਹੁਣ ਵੀ ਇਨਸਾਫ ਨਹੀਂ ਮਿਲਦਾ ਤਾਂ ਜਿਹੜਾ ਬਰਗਾੜੀ ਮੋਰਚਾ ਦੁਬਾਰਾ ਲਗਾਇਆ ਜਾਵੇਗਾ। ਤੁਸੀਂ ਪਹਿਲਾਂ ਮੋਰਚਾ ਲਾਇਆ ਸੀ, ਤੁਸੀਂ ਵੀ ਉਹਦੇ ਵਿੱਚ ਕਥਾ ਕਰਦੇ ਰਹੇ ਹੋ। ਜੇਕਰ ਉੱਥੇ ਦੀ ਗੱਲ ਕਰੀਏ ਕਥਾ ਦੀ, ਉਸ ਸਮੇਂ ਕਿਸ ਤਰ੍ਹਾਂ ਦੇ ਉੱਤੇ ਹਾਲਾਤ ਸੀ ਅਤੇ ਕੀ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਰਹੇ? ਦੇਖੋ ਜੀ, ਜਿਹੜਾ 2015 ਦਾ ਸੀਗਾ ਸੰਘਰਸ਼ ਜਦੋਂ ਸ਼ੁਰੂ ਹੋਇਆ, ਅਸਲ 'ਚ ਜਿਹੜੀ ਕਥਾ ਵਾਲੀ ਗੱਲ ਹੈ, ਉਹ ਕਥਾ ਤਾਂ ਰੋਜ਼ਾਨਾ ਹੀ ਦੀਵਾਨ ਕਿਤੇ ਨਾ ਕਿਤੇ ਹੁੰਦੇ ਨੇ। ਮਹੀਨੇ ਵਿੱਚ 50-60 ਦੀਵਾਨ ਇੱਦਾਂ ਲੱਗਦੇ ਸੀਗੇ। ਜਦੋਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਵਿੱਚ ਦੀਵਾਨ ਲੱਗੇ, ਤਾਂ ਉੱਥੇ ਵੀ ਰੂਟੀਨ ਦੀ ਤਰ੍ਹਾਂ, ਕਿਉਂਕਿ ਉਸ ਇਲਾਕੇ 'ਚ ਪੂਰੀ ਲਹਿਰ ਸੀਗੀ। ਕੁਦਰਤੀ ਹੈ ਕਿ ਫਰੀਦਕੋਟ ਜ਼ਿਲ੍ਹੇ 'ਚ ਜ਼ਿਆਦਾ ਦੀਵਾਨ ਸੀ ਉਹਨਾਂ ਦਿਨਾਂ 'ਚ। ਤਾਂ ਉੱਥੇ ਡੇਰਾ ਪ੍ਰੇਮੀ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਸੀ ਵੀ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਹਾਂ, ਅਸੀਂ ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸ ਹਾਂ, ਤਾਂ ਉਹਨਾਂ ਦੇ ਅੰਦਰ ਐਸਾ ਜਜ਼ਬਾ ਭਰਦਾ ਸੀਗਾ ਕਿ ਉਹ ਸੌਦਾ ਸਾਧ ਦਾ ਖਹਿੜਾ ਛੱਡ ਦਿੰਦੇ ਸੀ, ਲੋਕਟ ਤੋੜ ਕੇ ਪਰੇ ਸੁੱਟ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾਂਦੇ ਸੀਗੇ। ਇਸੇ ਤਰ੍ਹਾਂ ਬੁਰਜ ਜਵਾਹਰ ਸਿੰਘ ਵਾਲੇ ਦੇ ਵਿੱਚ ਹੋਇਆ। ਤਾਂ ਉੱਥੋਂ ਮੈਨੂੰ ਤਾਂ ਇਹ ਸਾਰਾ ਸਿੱਟ ਤੋਂ ਹੀ ਪਤਾ ਲੱਗਿਆ, ਜਾਂ ਆਪਣੇ HS ਫੂਲਕਾ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਬਹਿਸ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ, ਉਹਨਾਂ ਨੇ ਜਦੋਂ ਜ਼ਿਕਰ ਕੀਤਾ, ਉਦੋਂ ਪਤਾ ਲੱਗਿਆ ਕਿ ਇਹਨਾਂ ਨੇ ਪਲੈਨਿੰਗ ਬਣਾਈ ਸੀ ਮਾਰਨ ਦੇ ਲਈ ਵੀ। ਪਹਿਲਾਂ ਪਲੈਨਿੰਗ ਬਣਾਈ ਮੈਨੂੰ ਕਿ ਇਹਨੂੰ ਆਪਾਂ ਇਹਦਾ ਫਾਹਾ ਵੱਢੀਏ, ਇੱਦਾਂ ਨਵੇੜੀਏ, ਸਾਡੇ ਬੰਦੇ ਤੋੜੀ ਜਾਂਦਾ, ਗੁਰਮਤ ਨਾਲ ਜੋੜ ਰਿਹਾ। ਤਾਂ ਉਹ ਤੋਂ ਬਾਅਦ ਇਹਨਾਂ ਨੇ ਫਿਰ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਚੋਰੀ ਕੀਤੇ ਜੂਨ ਦੇ ਵਿੱਚ, 1 ਜੂਨ ਨੂੰ ਚੋਰੀ ਕਰਕੇ ਸਰੂਪ 12 ਅਕਤੂਬਰ ਨੂੰ। ਉਸ ਤੋਂ ਪਹਿਲਾਂ ਇਹਨਾਂ ਨੇ ਆ ਪੋਸਟਰ ਲਾਏ, ਉੱਥੇ ਪੋਸਟਰ ਲਾ ਕੇ ਚੈਲੰਜ ਕਰਕੇ ਸਿੱਖਾਂ ਨੂੰ ਕਿ ਅਸੀਂ ਤੁਹਾਡਾ ਗੁਰੂ ਸਾਡੇ ਕੋਲ, ਅਸੀਂ ਪੱਤਰਾ ਕਰ ਦਾਂਗੇ। ਇੱਦਾਂ ਦੇ ਪੋਸਟਰ ਲਾ ਕੇ ਚੈਲੰਜ ਕਰਕੇ 12 ਅਕਤੂਬਰ ਨੂੰ ਜਿਹੜਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ
ਪੰਨੇ ਫਾੜ ਦਿੱਤੇ, ਬੇਅਦਬੀ ਕੀਤੀ, ਤਾਂ ਸ਼ਾਂਤਮਈ ਬੈਠਿਆਂ ਦੇ ਉੱਤੇ ਜੋ ਬਾਦਲ ਕਿਆਂ ਨੇ ਕਹਿਰ ਵਰਤਾਇਆ ਉਹ ਤਾਂ ਕਿਸੇ ਤੋਂ ਮਤਲਬ ਲੁਕੀ ਛਿਪੀ ਗੱਲ ਨਹੀਂ। ਔਰ ਮੈਂ ਇਹ ਕਹਿਣਾ ਚਾਹੁੰਦਾ ਜਗਬਾਣੀ ਦੇ ਮਾਧਿਅਮ ਰਾਹੀਂ ਕਿ ਬਾਦਲ ਕਿਆਂ ਨੇ ਸਭ ਤੋਂ ਵੱਡੀ ਬਦਮਾਸ਼ੀ ਸਾਡੇ ਨਾਲ ਇਹ ਕੀਤੀ ਕਿ ਉਹ ਇੱਕ ਪਾਸੇ ਤਾਂ ਸੌਦਾ ਸਾਧ ਦੇ ਨੂੰ ਪੂਰੀ ਮਤਲਬ ਉਹਦੀ ਪੁਸਤ ਪਨਾਹੀ ਕਰਦੇ ਨੇ, ਉਹਨੂੰ ਛਤਰਛਾਇਆ ਦੇਈ ਰੱਖੀ। ਜੇ ਉਹਦੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਦੋ ਗਨਮੈਨ ਉਹਦੇ ਪੋਸਟਰ ਦੇ ਆਲੇ ਦੁਆਲੇ ਖੜਾਏ ਜਾਂਦੇ ਨੇ, ਤੇ ਦੂਜੇ ਪਾਸੇ ਜੇ ਅਸੀਂ ਦੀਵਾਨ ਲਾਉਣ ਜਾਂਦੇ ਹਾਂ ਤਾਂ ਇਹ 'ਚ ਇਕੱਲਾ ਸੌਦਾ ਸਾਧ ਨਹੀਂ, ਸੁਖਵੀਰ ਬਾਦਲ ਦਾ ਬਹੁਤ ਵੱਡਾ ਰੋਲ ਰਿਹਾ। ਕਦੇ ਉਹ ਆਪਣੇ ਪੁਲਿਸ ਪ੍ਰਸ਼ਾਸਨ ਤੋਂ ਚੱਲਦੇ ਦੀਵਾਨ ਬੰਦ ਕਰਵਾਉਂਦਾ, ਪੱਕਾ ਕਲਾਂ ਦੇ ਵਿੱਚ ਇੱਦਾਂ ਹੋਇਆ। ਮਚਾਕੀ ਪਿੰਡ ਵਿੱਚ ਜਦੋਂ ਮੈਂ ਦੀਵਾਨ ਲਾ ਕੇ ਤੁਰਿਆ ਤਾਂ SHO ਪ੍ਰਦੀਪ ਸਿੰਘ ਨੇ ਸਿੱਧੀ ਧਮਕੀ ਦਿੱਤੀ, ਮੁੜ ਕੇ ਸਾਡੇ ਇਲਾਕੇ 'ਚ ਵੜ ਕੇ ਦਿਖਾਈ। ਮਤਲਬ ਮੈਂ ਕਹਿੰਦਾ ਵੀ ਸੌਦਾ ਸਾਧ ਤੇ ਸੁਖਵੀਰ ਬਾਦਲ ਇਹ ਰਲ ਕੇ ਡਰਾਉਣ ਧਮਕਾਉਣ ਦੀਆਂ ਗੇਮਾਂ ਖੇਡਦੇ ਰਹੇ, ਤੇ ਇਹਨਾਂ ਨੇ ਸੁਖਵੀਰ ਦੀ ਸ਼ਹਿ 'ਤੇ ਜਿਹੜਾ ਇਹ ਸਾਰਾ ਘਟਨਾਕ੍ਰਮ ਜਿਹੜਾ ਬੇਅਦਬੀ ਵਾਲਾ ਹੋਇਆ, ਜੇ ਸਰਕਾਰ ਦੀ ਸ਼ਹਿ ਨਾ ਹੁੰਦੀ, ਸੌਦਾ ਸਾਧ 'ਚ ਕੀ ਹਿੰਮਤ ਹੈ ਜੀ ਉਹ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਕੁਛ ਆਪਣੇ ਚੇਲਿਆਂ ਤੋਂ ਕਰਵਾ ਲਵੇ ਜੀ। ਜੇਕਰ ਹੁਣ ਦੀ ਗੱਲ ਕੀਤੀ ਜਾਵੇ, ਕੀ ਸਮਝਦੇ ਹੋ ਕਿ ਜਿਹੜੀ ਮੌਜੂਦਾ ਪੰਜਾਬ ਸਰਕਾਰ ਹੈ ਇਸ ਦੀ ਕਾਰਗੁਜ਼ਾਰੀ ਠੀਕ ਚੱਲ ਰਹੀ ਹੈ? ਜੋ ਹੁਣ ਜਿਹੜੀ ਰਣਨੀਤੀ ਚੱਲ ਰਹੀ ਹੈ, ਜਾਂਚ ਹੋ ਰਹੀ ਹੈ, ਕੀ ਸਹੀ ਹੋ ਰਹੀ ਹੈ? ਇਹਨਾਂ ਦੇ ਵੱਲੋਂ ਤਾਂ ਨਹੀਂ ਕੋਈ ਪੋਲੀਟੀਕਲ ਪ੍ਰੈਸ਼ਰ ਪਾਇਆ ਜਾ ਰਿਹਾ? ਦੇਖੋ ਜੀ, ਇਹ ਜਿਹੜੀ ਬਿਲਕੁਲ ਤੁਹਾਡਾ ਬਹੁਤ ਮਤਲਬ ਮਹੱਤਵਪੂਰਨ ਸਵਾਲ ਹੈ, ਪਰ ਹੁਣ ਤੱਕ ਜੋ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ, ਇੱਕ ਤਾਂ ਬਹੁਤ ਲੇਟ ਨੇ, ਹੌਲੀ ਹੌਲੀ ਜਾਂਚ ਕਿਤੇ ਚੱਲਦੀ ਹੈ ਕਿਤੇ ਰੁਕ ਜਾਂਦੀ ਹੈ, ਐਦਾਂ ਜੇ ਲੱਗ ਰਿਹਾ ਵੀ ਜਿਵੇਂ ਟਾਈਮ ਜੱਟ ਪਾ ਰਹੇ ਹੋਣ। ਸੋ ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਸਮਝ ਲੈਣ ਕਿ ਹੁਣ ਸਿੱਖ ਸਿਆਣੇ ਹੋ ਗਏ। ਜਿਵੇਂ ਬਾਦਲਾਂ ਨੇ 84 ਵਾਲਾ ਮਸਲਾ ਜਿਹੜਾ ਬਹੁਤ ਗੰਭੀਰ ਮਸਲਾ ਸੀ, ਉਸ ਮਸਲੇ ਤੇ ਸਿਰਫ ਸਿਆਸਤ ਕੀਤੀ, ਸਿਰਫ ਵੋਟਾਂ ਬਟੋਰੀਆਂ, ਬਿਲਕੁਲ ਉਸੇ ਲਾਈਨ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨਾ ਚੱਲਣ। ਇਹਨਾਂ ਨੂੰ ਹਰ ਤਰ੍ਹਾਂ ਦਾ ਰਾਜਨੀਤਿਕ ਨੁਕਸਾਨ ਹੋਊਗਾ। ਸਿੱਖ ਜਿਹੜੇ ਨੇ ਹੁਣ ਸਮਝ ਚੁੱਕੇ ਨੇ, ਇਨਸਾਫ ਸਾਨੂੰ ਚਾਹੀਦਾ। ਬੇਅਦਬੀ ਘਟਨਾਕ੍ਰਮ ਦੇ ਉੱਤੇ ਜਿਹੜਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਤੇ ਕਾਰਵਾਈ ਹੋਵੇ, ਔਰ ਇਹਦੇ ਨਾਲ ਨਾਲ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੇ ਮਾਸਟਰਮਾਈਂਡ ਸੁਮੇਧ ਸਿੰਘ ਸੈਣੀ ਔਰ ਜਿਹੜਾ ਆਪਣਾ ਸੁਖਵੀਰ ਹੈ, ਸੁਖਵੀਰ ਬਾਦਲ, ਇਹਦੇ ਮਾਸਟਰਮਾਈਂਡ ਨੇ, ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਬਾਦਲ ਕਿਆਂ ਦੀ ਇੱਕ ਹੋਰ ਹਰਕਤ ਮਾੜੀ ਮੈਂ ਤੁਹਾਡੇ ਧਿਆਨ 'ਚ ਜ਼ਰੂਰ ਲਿਆਉਣਾ ਚਾਹੁੰਦਾ ਕਿ ਇਹਨਾਂ ਨੇ ਸਾਡੇ ਸਿੱਖਾਂ ਦੇ ਉੱਤੇ ਸਿੱਖਾਂ ਦੀ ਕਿਰਦਾਰ ਕੁਸ਼ੀ ਕਰਨ ਦਾ ਯਤਨ ਕੀਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਇਹਨਾਂ ਨੇ ਦੋਸ਼ੀ ਵੀ ਸਾਡੇ ਸਿੱਖਾਂ ਨੂੰ ਬਣਾਉਣ ਦਾ ਯਤਨ ਕੀਤਾ। 2 ਨੌਜਵਾਨ ਚੱਕੇ 5 ਗੁਰਾਈ ਤੋਂ, ਫਿਰ ਉਹਨਾਂ ਨੂੰ ਵਡਿਆਇਆ ਗਿਆ, ਉਹਨਾਂ ਨੂੰ ਡਰਾਇਆ ਗਿਆ, ਉਹਨਾਂ ਨੂੰ ਲਾਲਚ ਦਿੱਤੇ ਗਏ ਵੱਡੇ ਵੱਡੇ ਕਿ ਤੁਸੀਂ ਇਹਨਾਂ ਪ੍ਰਚਾਰਕਾਂ ਦਾ ਨਾਂ ਲੈ ਦਿਓ। ਉਹ ਤਾਂ ਮੈਂ ਧੰਨਵਾਦ ਕਰਦਾ ਫੂਲਕਾ ਸਾਹਿਬ ਦਾ, ਜਿਹੜੇ 23 ਅਕਤੂਬਰ ਨੂੰ ਉੱਥੇ ਪਹੁੰਚੇ। ਉਹਨਾਂ ਨੇ ਸ਼ਾਮ ਨੂੰ 7 ਵਜੇ ਜੱਜ ਤੋਂ ਆਰਡਰ ਕਰਵਾਏ, ਤੇ ਰੁਪਿੰਦਰ ਜਸਵਿੰਦਰ ਦੇ ਪਿਤਾ ਨੇ ਰਾਤ ਨੂੰ 11 ਵਜੇ ਮੁਲਾਕਾਤ ਕਰਕੇ ਦੱਸ ਦਿੱਤਾ ਕਿ ਸਰਦਾਰ ਫੂਲਕਾ ਸਾਹਿਬ ਵਰਗੇ ਸਿਆਣੇ ਬੰਦੇ ਤੁਹਾਡੇ ਨਾਲ ਆ ਗਏ ਨੇ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਨਹੀਂ ਤਾਂ ਐਡਾ ਵੱਡਾ ਕਲੰਕ ਬਾਦਲ ਕਿਆਂ ਨੇ ਸਾਡੇ ਕੌਮ ਦੇ ਮੱਥੇ ਤੇ ਲਾਤਾ ਸੀ ਕਿ ਇਹ ਸਿੱਖ ਕਿੰਨੇ ਨੀਵੇਂ ਪੱਧਰ ਦੇ ਨੇ, ਆਪਣੇ ਗੁਰੂ ਦੀ ਆਪ ਬੇਅਦਬੀ ਕਰਕੇ ਆਪ ਹੀ ਰੌਲਾ ਪਾ ਲੈਂਦੇ ਨੇ। ਮੈਂ ਕਹਿੰਦਾ ਜਿੱਥੇ ਉਹਨਾਂ ਨੇ 84 ਦਾ ਲੜਿਆ, ਉਹਦੇ ਨਾਲ ਨਾਲ ਇਹ ਵੀ ਬਹੁਤ ਵੱਡਾ ਇੱਕ ਕੰਮ ਕਰਿਆ। ਸਾਡੀ ਕੌਮ ਦੇ ਸਿਰ ਤੇ ਜਿਹੜਾ ਇੱਕ ਕਲੰਕ ਲਾਉਣਾ ਸੀਗਾ ਬਾਦਲ ਕਿਆਂ ਨੇ, ਲਵਾਉਣਾ ਸੀ ਪ੍ਰਸ਼ਾਸਨ ਤੋਂ, ਉਹ ਨਹੀਂ ਸਾਡੇ ਤੇ ਲੱਗਣ ਦਿੱਤਾ। ਅਸੀਂ ਇਸ ਗੱਲੋਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਮਾਜੀ ਜੀ, ਕੀ ਸਮਝਦੇ ਹੁਣ ਜਿਸ ਤਰ੍ਹਾਂ ਕਿ ਡੇਰਾ ਮੁਖੀ ਦਾ ਨਾਮ ਹੈ ਜਿਹੜਾ ਨਾਮਜ਼ਦ ਕੀਤਾ ਗਿਆ ਹੁਣ ਦੋਸ਼ੀ ਵਜੋਂ, ਹੁਣ ਕੋਈ ਇਨਸਾਫ ਦੀ ਉਮੀਦ ਦਿਖ ਰਹੀ ਹੈ ਤੁਹਾਨੂੰ? ਕੀ ਇਨਸਾਫ ਮਿਲੂਗਾ? ਕਿਉਂਕਿ ਕੁਝ ਦਿਨ ਪਹਿਲਾਂ IG ਕੁਮਰ ਪ੍ਰਤਾਪ ਦਾ ਵੀ ਇੱਕ ਬਿਆਨ ਆਇਆ ਸੀ ਕਿ ਜਿਹੜੇ ਜੱਜ ਹੈ ਉਹਦੀ ਕੁਝ ਬਾਦਲਾਂ ਦੇ ਨਾਲ ਨੇੜਤਾ ਨਜ਼ਰ ਆ ਰਹੀ ਹੈ, ਜਿਹਦੇ ਕਰਕੇ ਹੋਰ ਕੀ ਸਮਝਦੇ ਹੋ ਕਿ ਹੁਣ ਜਿਹੜਾ ਇਨਸਾਫ ਮਿਲ ਸਕਦਾ? ਦੇਖੋ ਜੀ, ਮੈਂ ਕਹਿੰਦਾ ਵੀ ਇਨਸਾਫ ਇਹ ਤਾਂ ਸਰਕਾਰ ਨੇ ਵੇਖਣਾ ਹੈ। ਇਨਸਾਫ ਦੇਣਾ ਸਮਾਜ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵੀ ਕਹਿਣਾ ਚਾਹੁੰਦਾ 1986 ਵਿੱਚ ਨਕੋਦਰ ਕਾਂਡ ਵਾਪਰਿਆ, ਜੇ ਉਹਦਾ ਇਨਸਾਫ ਮਿਲ ਜਾਂਦਾ, ਜੇ ਜਿਹੜੀ ਬਰਨਾਲਾ ਸਰਕਾਰ ਮੌਕੇ ਵਾਪਰਿਆ ਬੇਅਦਬੀ ਘਟਨਾਕ੍ਰਮ 1986 'ਚ, ਤਾਂ ਮੁੜ ਕੇ ਬਰਗਾੜੀ ਨਹੀਂ ਸੀ ਹੋਣਾ। ਤੇ ਜੇ ਬਰਗਾੜੀ ਦਾ ਇਨਸਾਫ ਮਿਲ ਜੇ, ਨਿੱਤ ਕਦੇ ਇੱਥੇ ਬੇਅਦਬੀ ਕਦੇ ਉੱਥੇ, ਇੱਕ ਦੌਰ ਚੱਲ ਰਿਹਾ ਬੇਅਦਬੀਆਂ ਦਾ, ਉਹ ਬੰਦ ਹੋ ਜਾਊਗਾ ਤੇ ਲੋਕ ਸ਼ਾਂਤਮਈ ਵਸਣਗੇ। ਸੋ ਇਸ ਲਈ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ। ਪਰ ਜੇ ਇਨਸਾਫ ਨਾ ਮਿਲਿਆ, ਜੇ ਸਿਰਫ ਸਿਆਸੀ ਡਰਾਮੇਬਾਜ਼ੀ ਚੱਲਦੀ ਰਹੀ, ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਰੱਖਣਾ ਚਾਹੀਦਾ, ਉਹਦਾ ਹਸਰ ਵੀ ਲੋਕਾਂ ਨੇ ਬਾਦਲਾਂ ਵਾਲਾ ਕਰ ਦੇਣਾ ਜੀ। ਕੀ ਹੈ ਉਮੀਦ ਕੈਪਟਨ ਅਮਰਿੰਦਰ ਸਿੰਘ ਤੋਂ? ਕਿਉਂਕਿ ਜਦੋਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ, ਨਵਜੋਤ ਸਿੰਘ ਸਿੱਧੂ ਨੇ ਝੋਲੀ ਅੱਡ ਕੇ ਕਿਹਾ ਸੀ ਵੀ ਕੈਪਟਨ ਸਾਹਿਬ ਜਿਹੜਾ ਨਾਮਜ਼ਦ ਕੀਤੇ ਗਏ ਨੇ, ਦੋਸ਼ੀ ਆਏ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਪਰ ਕੈਪਟਨ ਅਮਰਿੰਦਰ ਸਿੰਘ ਉਦੋਂ ਤੋਂ ਲੈ ਕੇ ਹੁਣ ਤੱਕ ਚੁੱਪ ਨਜ਼ਰ ਆ ਰਹੇ ਨੇ। ਕੀ ਹੁਣ ਤੁਹਾਨੂੰ ਕੋਈ ਉਮੀਦ ਹੈ ਕਿ ਜਿਹੜੀ ਕਾਰਵਾਈ ਹੋ ਸਕਦੀ ਹੁਣ?
ਬਿਲਕੁਲ ਜੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਉਮੀਦ ਤਾਂ ਹੁਣ ਮਤਲਬ ਸਮਾਂ ਆਉਣ ਤੇ ਪਤਾ ਲੱਗਣਾ ਹੈ। ਹਜੇ ਫਿਲਹਾਲ ਜਿਹੜਾ ਚੱਲ ਰਿਹਾ ਹੈ, ਹੁਣ ਇੱਕ ਵਾਰੀ ਨਾਮਜ਼ਦ ਹੋ ਗਿਆ ਤਾਂ ਸਾਡੀ ਕੌਮ ਨੂੰ ਚਾਅ ਚੜ੍ਹਦਾ ਮਿਲੂਗਾ ਇਨਸਾਫ। ਮਤਲਬ ਸਾਡੇ ਨਾਲ ਨਾ ਸ਼ੋਸ਼ੇਬਾਜ਼ੀ ਨਾ ਕੀਤੀ ਜਾਵੇ ਜੇ ਹੁਣ ਨਾਮਜ਼ਦ ਹੋ ਗਿਆ ਨਾ, ਕਿਉਂਕਿ ਇਹਦੇ ਇੰਨਾ ਸਮਾਂ ਨਹੀਂ ਲੱਗਦਾ। ਸਾਰਾ ਕੁਝ ਰਿਕਾਰਡ 'ਚ ਹੈ, ਗਵਾਹ ਸਰੇਆਮ ਬੋਲ ਰਹੇ ਨੇ, ਸਾਰਾ ਕੁਝ ਸਾਹਮਣੇ ਹੈ, ਫੋਟੋਜ਼ ਹੈਗੀਆਂ ਨੇ, CCTV ਕੈਮਰੇ ਨੇ, ਜੋ ਬਰਗਾੜੀ 'ਚ ਹੋਇਆ, ਕੋਟਕਪੂਰੇ 'ਚ ਹੋਇਆ, ਬੁਰਜ ਜਵਾਰ ਸਿੰਘ ਵਾਲੇ ਜਿਵੇਂ ਸਰੂਪ ਚੋਰੀ ਹੋਏ, ਤਾਂ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ। ਸੋ ਮੈਂ ਕਹਿੰਦਾ ਵੀ ਅਸੀਂ ਇੱਕ ਵਾਰੀ ਤਾਂ ਇਹ ਉਮੀਦ ਹੀ ਕਰਾਂਗੇ ਕਿ ਅਸੀਂ ਚਾਹੁੰਦੇ ਹਾਂ ਇਨਸਾਫ ਮਿਲੇ। ਜੇ ਗੁਰੂਆਂ ਦੇ ਨਾਂ 'ਤੇ ਵਸਣ ਵਾਲੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇੱਦਾਂ ਬੇਅਦਬੀ ਹੋਊਗੀ ਤਾਂ ਇਹ ਤਾਂ ਸਾਡੇ ਲਈ ਸ਼ਰਮਸਾਰ ਹੋਣ ਵਾਲੀ ਗੱਲ ਹੈ। ਇਸ ਤੋਂ ਵੱਡਾ ਦੁੱਖਦਾਇਕ ਗੱਲ ਹੋ ਨਹੀਂ ਕੋਈ ਸਕਦੀ। ਬਿਲਕੁਲ, ਇਹ ਸਨ ਸਾਡੇ ਨਾਲ ਕਥਾਵਾਚਕ ਹਰਜਿੰਦਰ ਸਿੰਘ ਮਾਝੀ, ਜੋ ਬਰਗਾੜੀ ਕਾਂਡ ਦੇ ਜੋ ਮੋਰਚਾ ਲੱਗਿਆ ਸੀ ਉਹਦੇ ਵਿੱਚ ਵੀ ਇਹਨਾਂ ਵੱਲੋਂ ਜਿਹੜੀ ਕਥਾ ਕੀਤੀ ਗਈ ਸੀ। ਕੁਝ ਜਿਹੜੇ ਸਿੱਖ ਸੀਗੇ ਭੜਕ ਕੇ ਡੇਰੇ ਵੱਲ ਨੂੰ ਮੁੱਖ ਕੀਤਾ ਸੀ, ਉਹਨਾਂ ਵੱਲੋਂ ਵੀ ਆਪਣੀ ਘਰ ਵਾਪਸੀ ਕੀਤੀ ਗਈ ਸੀ। ਹੁਣ ਜਦੋਂ ਡੇਰਾ ਮੁਖੀ ਰਾਮ ਰਹੀਮ ਦਾ ਨਾਮਜ਼ਦ ਕੀਤਾ ਗਿਆ, ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਕਿ ਸਾਨੂੰ ਇੱਕ ਜਿਹੜੀ ਆਸ ਜਾਗੀ ਹੈ ਕਿ ਸਾਨੂੰ ਜਿਹੜਾ ਇਨਸਾਫ ਹੈ ਉਹ ਮਿਲੂਗਾ। ਪਰ ਦੇਖਦੇ ਹਾਂ ਕਿ ਜੇਕਰ ਸਿਆਸਤ ਨਾ ਹੋਈ, ਸਿੱਟ ਨੇ ਸਹੀ ਕੰਮ ਕੀਤਾ, ਤਾਂ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਸਾਨੂੰ ਜਿਹੜਾ ਇਨਸਾਫ ਹੈ ਉਹ ਜਲਦੀ ਮਿਲੂਗਾ। ਪਰ ਮੇਨ ਕਾਰਨ ਇਹਨਾਂ ਦਾ ਇਹ ਕਿਹਾ ਕਿ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਹੁਣ ਸਿਆਸਤ ਨਹੀਂ ਹੋਣੀ ਚਾਹੀਦੀ, ਕਿਉਂਕਿ ਪਹਿਲਾਂ ਹੀ ਬਹੁਤ ਲੰਬਾ ਸਮਾਂ ਹੋ ਚੁੱਕਿਆ। ਐਡੀ ਕੋਈ ਗੱਲ ਨਹੀਂ ਸੀ ਕਿ ਐਡਾ ਲੰਬਾ ਸਮਾਂ ਹੋ ਚੁੱਕੇ। ਦੇਖਦੇ ਹਾਂ ਕਿ ਹੁਣ ਇਹਨਾਂ ਨੂੰ ਇਨਸਾਫ ਕਦੋਂ ਮਿਲਦਾ ਹੈ, ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਨੂੰ ਦੁਬਾਰੇ ਉਮੀਦ ਜਾਗੀ ਹੈ ਕਿ ਇਹਨਾਂ ਦੀ ਉਮੀਦ ਨੂੰ ਬੂਰ ਪੈਂਦਾ ਹੈ ਜਾਂ ਇੱਕ ਵਾਰ ਇਹਨਾਂ ਨੂੰ ਫੇਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਊਗਾ। ਕੈਮਰਾਮੈਨ ਪ੍ਰਿੰਸ ਦੇ ਨਾਲ ਰਜੇਸ਼ ਕੋਹਲੀ, ਜਗਬਾਣੀ TV, ਸੰਗਰੂਰ।